पाकपतन में 4 बच्चों की मां के साथ मुबैना ज्यादती का दिल दहला देने वाला वाकया। मुतासरा खातून की आला हुकाम से इंसाफ की फरियाद। मैं फजर दी नमाज पढ़ते आज बाजीगर ਜਾਂਦੀ ਪਈ ਸੀ। ਦੋ छोर आए न अली खान दे मोड़ कोल मगरूद स्कूटर ते ਉਹਨਾਂ ਨੇ ਮੈਨੂੰ ਮੇਰਾ ਮੂੰਹ ਬੰਨਿਆ, ਜੰਮੂ ਨਾਲ ਬਾਂਧ ਦਿੱਤਾ ਨੇ, ਮੇਰੇ ਨਾਲ ਜ਼ੁਲਮ ਕੀਤਾ ਨੇ, ਜ਼ਾਤੀ ਕੀਤੀ ਨੇ। ਉਹਨੇ ਮੈਨੂੰ ਮਾਰਿਆ, ਕੁੱਟਿਆ, ਡੰਡੇ ਨਾਲ ਨੇ ਮੇਰੀ ਬਾਂਹ ਤੋੜੀ ਹੈ। ਉਹ ਤੂੰ ਮੇਰੀ ਵੀਡੀਓ ਵੀ ਬਣਾਉਂਦਾ ਰਿਹਾ, ਧਮਕੀਆਂ ਵੀ ਦਿੰਦਾ, ਪਿਸਤੌਲ ਉਹਦੇ ਕੋਲ ਸੀ ਬੜਾ। ਉਹਨਾਂ ਮੇਰੀ ਬੁਰੀ ਹਾਲਾਤ ਕਰ ਕਿੰਨੀ ਦੇਰ ਉਹਨਾਂ ਤੁਹਾਨੂੰ ਉੱਥੇ ਰੱਖਿਆ ਤੇ ਕਿੱਥੇ ਲੈ ਕੇ ਗਏ ਸੀ? ਅਸੀਂ ਜਦੋਂ ਵੇਖਿਆ ਤੇ ਇਹ ਨਾਜ਼ੇਬਾ ਹਾਲਤ ਵਿੱਚ ਪਏ ਸਨ। ਠੀਕ ਹੈ ਨਾ, ਇਹਨਾਂ ਨੂੰ ਅਸੀਂ ਫਿਰ ਇਹਨਾਂ ਦੇ ਹੱਥ ਪੈਰ ਵੀ ਬੰਨੇ ਹੋਏ ਸਨ ਪਿੱਛੇ। ਭਾਜੀ ਕਹਿ ਰਹੀਆਂ ਨੇ ਕਿ ਉਹਨਾਂ ਵੀਡੀਓ ਵੀ ਬਣਾਈ ਨਾਜ਼ੇਬਾ ਹਾਲਤ ਵਿੱਚ ਤੇ ਉਹਨਾਂ ਤੁਹਾਨੂੰ ਵੀ ਧਮਕੀਆਂ ਲਾਈਆਂ ਨੇ ਕਿ ਵੀਡੀਓ ਵਾयरल ये वो किसी ने सेंड तो नहीं की थी? अस्सलाम वालेकुम जी, मैं आपका मेज़बान अली बादामी। नाज़रीन, इस वक्त मैं पाकपतन के एक नवाही गांव 6 एसपी में एक गांव है, यहाँ पर मैं मौजूद हूँ। ये मेरे साथ जो खातून आप देख रहे हैं, इनके साथ मुबैना ज्यादती की गई। इसी गांव के कुछ बंदों ने मिलकर जो है इस खातून को ज्यादती का निशाना बनाया है। इस खातून के 4 छोटे छोटे बच्चे हैं और वहाँ इसी गांव के अंदर इनको ज्यादती का निशाना बनाया और अभी तक इनकी आवाज़ कहीं भी नहीं सुनाई दे रही। मेरे साथ वो खातून मौजूद है, इनसे हम जानते हैं कि ये वाकया किस तरह पेश आया, असल मामला क्या है, अभी तक इनको यानी कि कौन पुलिस इसके अंदर कितना कोऑपरेट कर रही है और बात कहाँ तक पहुंची है। अस्सलाम वालेकुम। वालेकुम सलाम। ਬਾਜੀ ਕੀ ਮਾਮਲਾ ਹੋਇਆ? ਮੈਨੂੰ ਜ਼ਰਾ ਸਾਰੀ ਤਫਸੀਲ ਦੱਸੋ ਤੁਸੀਂ। ਮੈਂ ਫਜਰ ਦੀ ਨਮਾਜ਼ ਪੜ੍ਹਤੇ ਅੱਜ ਬਾਜੀਗਰ ਜਾਂਦੀ ਪਈ ਸੀ। ਦੋ ਛੋਰ ਆਏ ਨ ਅਲੀ ਖਾਨ ਦੇ ਮੋੜ ਕੋਲ ਮਗਰੂਦ ਸਕੂਟਰ ਤੇ। ਉਹਨਾਂ ਨੇ ਮੈਨੂੰ ਮੇਰਾ ਮੂੰਹ ਬੰਨਿਆ, ਮੇਰੇ ਹੱਥ ਬੰਨੇ ਨ, ਸਕੂਟਰ ਤੇ ਮੈਨੂੰ ਰੱਖ ਤੇ ਖੂਤ ਲੈ ਗਏ ਨ। ਉੱਥੇ ਮੈਨੂੰ ਜੰਮੂ ਨਾਲ ਬਾਂਧ ਦਿੱਤਾ ਨੇ, ਮੇਰੇ ਨਾਲ ਜ਼ੁਲਮ ਕੀਤਾ ਨੇ, ਜ਼ਾਤੀ ਕੀਤੀ ਨੇ। ਬਾਂਹ ਵੀ ਮੇਰੀ ਤੋੜ ਦਿੱਤੀ ਨੇ, ਸੋਟੇ ਨਾਲ, ਡੰਡੇ ਨਾਲ ਕੋਟ ਤੇ। ਤੂੰ ਪਿਸਤੌਲ ਨਾਲ ਧਮਕੀਆਂ ਦਿੰਦੇ ਸਨ, ਅਗਰ ਤੂੰ ਕਿਸੇ ਨੂੰ ਦੱਸਾਂ ਤਾਂ ਤੈਨੂੰ ਮਾਰ ਦੇਸਾਂ। ਮੇਰੀ ਵੀਡੀਓ ਵੀ ਬਣਾਈ ਨੇ ਗੰਦੀ। ਕਿਸ ਚੀਜ਼ ਤੇ ਲੈ ਕੇ ਗਏ ਸੀ ਤੁਹਾਨੂੰ? ਉਹ ਸਕੂਟਰ ਤੇ ਆਏ ਸਨ, ਸਕੂਟਰ ਤੇ ਮੈਨੂੰ ਚਾਤ ਲੈ ਗਏ ਸਨ। ਅੱਛਾ, ਸਕੂਟਰ ਦੇ ਕਿੰਨੇ ਵਜੇ ਦਾ ਟਾਈਮ ਸੀ ਇੱਥੇ? ਸਾਡੇ ਗਵਾਂਢੀ ਆ ਨਾ ਫੁੱਲਰਵੰਨਾ ਦਾ, ਉਹਨਾਂ ਨੂੰ ਮੈਂ ਜਾਣਨੀ ਆ। ਮੁਹੰਮਦ ਅਹਿਮਦ ਹੈਗਾ ਫੁੱਲਰਵਨ। ਉਹਨੇ ਮੇਰੇ ਨਾਲ ਜ਼ਾਤੀ ਕੀਤੀ। ਮੁਹੰਮਦ ਅਹਿਮਦ ਨੇ, ਅਸਗਰ ਨੇ ਮੈਨੂੰ ਮਾਰਾ, ਕੁੱਟਾ, ਧਮਕੀਆਂ ਦਿੰਦਾ ਰਿਹਾ। ਮੁਹੰਮਦ ਅਹਿਮਦ ਤੁਹਾਡੇ ਪਿੰਡ ਦਾ ਸੀ ਜਿਹਨੂੰ ਤੁਸੀਂ ਜਾਣਦੇ ਹੋ? ਦੂਸਰਾ ਉਹਦਾ ਦੋਸਤ ਸੀ ਜਿਹਨੇ ਵੀਡੀਓ ਬਣਾਈ ਹੈ? ਹਾਂਜੀ, ਉਹਨੂੰ ਮੈਂ ਨਹੀਂ ਜਾਣਨੀ। ਉਹਦੇ ਨਾਲ ਹੀ ਸੀ ਉਸ ਟਾਈਮ। ਅਸਗਰ ਧਮਕੀਆਂ ਦਿੰਦੇ ਸਨ, ਅਗਰ ਤੂੰ ਕਿਸੇ ਨੂੰ ਦੱਸਾਂ ਤਾਂ ਤੇਰੀ ਵੀਡੀਓ ਵਾਇਰਲ ਕਰ ਦੇਸਾਂ। ਉਹ ਤੋਂ ਪਿਸਤੌਲ ਨਾਲ ਵੀ ਧਮਕੀਆਂ ਦਿੰਦੇ ਸਨ। ਬੈਲਟ ਮਾਰੇ ਨੇ ਮੇਰੀ ਕਮਰ ਚ, ਦੂਈ ਚ, ਮੇਰੇ ਸਿਰ ਚ ਵੀ ਦੱਫੇ ਮਾਰੇ ਨੇ। ਮੈਨੂੰ ਬੜਾ ਸ਼ਿੱਦਤ ਨਾਲ ਮਾਰਾ, ਕੁੱਟਾ ਨੇ ਬੜਾ। ਉਹਨਾਂ ਮੇਰੀ ਬੁਰੀ ਹਾਲਾਤ ਕਰ ਦਿੱਤੀ। ਕਿੰਨੀ ਦੇਰ ਉਹਨਾਂ ਤੁਹਾਨੂੰ ਉੱਥੇ ਰੱਖਿਆ ਤੇ ਕਿੱਥੇ ਲੈ ਕੇ ਗਏ ਸੀ? ਤਕਰੀਬਨ 1 ਘੰਟਾ ਉਹਨਾਂ ਮੈਨੂੰ ਖੂਤ ਲੈ ਗਏ ਨੇ। ਉੱਥੇ ਮੈਨੂੰ ਜੰਮੂ ਨਾਲ ਖਾਲੇ ਚ ਬੰਨ ਦਿੱਤਾ ਨੇ। ਉੱਥੇ 1 ਘੰਟਾ ਪੂਰਾ ਰੱਖਣ। ਕਿੰਨੇ ਬੱਚੇ ਨੇ ਤੁਹਾਡੇ? ਮੇਰੇ 4 ਬੱਚੇ ਨਾ, ਹਜੇ ਤੱਕ ਉਹਨਾਂ ਮੇਰੇ ਨਾਲ ਕੋਈ ਸਾਫ਼ ਨਹੀਂ ਕੀਤਾ। ਤੋਂ ਬਾਅਦ ਕਿਵੇਂ ਪਤਾ ਲੱਗਿਆ? ਤੁਸੀਂ ਰੋਲਾ ਨਹੀਂ ਪਾਇਆ ਸੀ? ਕੋਈ ਬੰਦਾ ਨਹੀਂ ਆਇਆ ਸੀ ਉਸ ਟਾਈਮ? ਮੈਂ ਰੋਲਾ ਬੜਾ ਪਾਇਆ ਸੀ, ਕੋਈ ਵੀ ਉੱਥੇ ਮੌਜੂਦ ਨਹੀਂ ਸੀ ਖੂਹ ਤੇ। ਕਿੰਨੇ ਵਜੇ ਦਾ ਟਾਈਮ ਸੀ? 5 ਵਜੇ ਦਾ ਟਾਈਮ ਸੀ ਜਦੋਂ ਮੈਨੂੰ ਲੈ ਸੁਬਹ ਯਾਨੀ ਕਿ ਹਨੇਰਾ ਸੀ? ਹਾਂਜੀ, ਥੋੜਾ ਜਿਹਾ ਹਨੇਰਾ ਸੀ। 6 ਵਜੇ 7 ਵਜੇ ਫਿਰ ਮੇਰੇ ਭਾਈ ਆਏ ਸਨ, ਉਹਨਾਂ ਮੈਨੂੰ ਛੁਡਵਾਇਆ। ਬੜੀ ਬੁਰੀ ਹਾਲਤ। ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਤੇ ਕਿੱਥੇ ਤੱਕ ਗੱਲ ਪਹੁੰਚੀ? ਹਲੇ ਇਨਸਾਫ ਨਹੀਂ ਮਿਲਿਆ? ਸਾਰਿਆਂ ਤੱਕ ਮਾਮਲਾ ਪਹੁੰਚ ਗਿਆ ਸੀ। 10-12 ਦਿਨ 15 ਦਿਨ ਮੈਂ ਹਸਪਤਾਲ ਰਹੀ ਹਾਂ। ਮੇਰੇ ਨਿੱਕੇ ਨਿੱਕੇ 4 ਬੱਚੇ ਨੇ, ਕੋਈ ਇਨਸਾਫ ਨਹੀਂ ਕੀਤਾ। ਮੁਜਰਮ ਅਜੇ ਤੱਕ ਫਰਾਰ ਹੈਗੇ ਨੇ, ਸਾਨੂੰ ਧਮਕੀਆਂ ਦਿੰਦੇ ਨੇ। ਅਸੀਂ ਬੀਬੀ ਨੂੰ ਮਾਰਦੇ ਸਾਂ, ਅਗਵਾ ਕਰਦੇ ਸਾਂ। ਅਗਰ ਤੁਸੀਂ ਪੁਲਿਸ ਵਾਲਿਆਂ ਨਾਲ ਜਾਂ ਕਿਸੇ ਨੂੰ ਵੀ ਦੱਸੋ। ठीक है, ये कौन धमकियां लाता है ਤੁਹਾਨੂੰ? मुजरम भी देंदे न धमकियां। मेरे साथ उसके जो है वो शौहर मौजूद हैं, उनसे हम जानते हैं कि अभी तक ये मामला जो है ये कहाँ तक पहुंचा है। भैयन की मामला पहुंचा जो तो ਤੁਹਾਨੂੰ ਪਤਾ ਲੱਗਦਾ ਉਸ ਤੋਂ ਬਾਅਦ ਕੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ? ਕਿੱਥੇ ਤੱਕ ਗੱਲ ਪਹੁੰਚਦੀ? ਉਸ ਤੋਂ ਬਾਅਦ ਜੀ ਸਰ ਜੀ ਕਿ ਪਰਚਾ ਕਰਵਾਤਾ ਸਾਂ, ਐਫਆਈਆਰ ਹੋ ਗਈ, ਸਾਰਾ ਕੁਝ। ਪੁਲਿਸ ਨੇ ਅਸੀਂ ਇਤਲਾਹ ਦੇ ਦਿੱਤੀ, ਟੈਸਟ ਵਗੈਰਾ ਹੋ ਗਏ, ਜੋ ਮਾਮਲਾ ਸਾਰੇ। ਇਹ ਬਾਜੂ ਦਾ ਆਪਰੇਸ਼ਨ ਹੋਇਆ, ਹਸਪੀਟਲ ਰਹੇ 10-12 ਦਿਨ। ਮੁਲਜ਼ਮ ਫਰਾਰ ਹਨ। ਸਾਡੀ ਮਰੀਮ ਨਵਾਜ਼ ਨੂੰ ਮਿਹਨਤ ਹੈ, ਤਰਲਾ ਹੈ ਕਿ ਸਾਨੂੰ ਇਨਸਾਫ ਮਿਲੇ। ਕੀ ਹਾਲਤ ਵਿੱਚ ਹੈਗੀ ਸੀ ਤੁਸੀਂ ਜਦੋਂ ਗਏ, ਜਾ ਕੇ ਪਤਾ ਲੱਗਿਆ ਇਹ ਮਾਮਲਾ ਹੋ ਗਿਆ ਸਾਰਾ? ਇਹ ਮੇਰੇ ਭਾਈ ਇੱਥੇ ਸੀ ਕੋਲ, ਮੈਂ ਤੇ 4 ਬੱਚੇ ਨੇ, ਮਿਹਨਤ ਮਜ਼ਦੂਰੀ ਕਰਨਾ, ਮੈਂ ਇੱਥੇ ਹੈ ਹੀ ਨਹੀਂ ਸੀ। ਠੀਕ ਹੈ। ਤੇ ਭਾਈ ਮੇਰਾ ਸੀ ਇੱਥੇ। ਤੇ ਇਹ ਬੱਚੇ ਉੱਠੇ ਤੇ ਪਤਾ ਚੱਲਾ ਇਹਨਾਂ ਨੂੰ, ਸਾਰੇ ਇਹਨਾਂ ਬਾਅਦ ਚ ਢੂੰਡਾ ਹੈ ਤੇ ਇਹ ਗਏ ਨੇ। ਇਹਨਾਂ ਨੂੰ ਪਤਾ ਚੱਲਾ ਇਹ 6:30-7 ਵਜੇ ਪਹੁੰਚੇ ਨੇ ਇੱਥੇ। ਮੁਲਜ਼ਮ ਲੈ ਤੇ ਗਏ ਸੀ, ਜ਼ਿਆਦਤੀ ਕਰਦੇ ਰਹਿਣ, ਡੰਡਿਆਂ ਨਾਲ ਮਾਰਦੇ ਕੁੱਟਦੇ ਰਹਿਣ, ਬਾਜ਼ੂ ਤੋੜਾ ਨੇ। ਤੇ ਉਸ ਤੋਂ ਬਾਅਦ ਅਸਲਾ ਜਿਹੜਾ ਉਹਦੇ ਨਾਲ ਜ਼ਰੀਏ ਫਰਾਰ ਹੋ ਗਏ।
ਜਦੋਂ ਇਹ ਅੱਛਾ ਬਾਜੀ ਕਹਿ ਰਹੀਆਂ ਨੇ ਕਿ ਉਹਨਾਂ ਵੀਡੀਓ ਵੀ ਬਣਾਈ ਨਾਜ਼ੇਬਾ ਹਾਲਤ ਵਿੱਚ ਤੇ ਉਹਨਾਂ ਤੁਹਾਨੂੰ ਵੀ ਧਮਕੀਆਂ ਲਾਈਆਂ ਨੇ ਕਿ ਵੀਡੀਓ ਵਾਇਰਲ ਇਹ ਉਹ ਕਿਸੇ ਨੇ ਸੈਂਡ ਤਾਂ ਨਹੀਂ ਕੀਤੀ ਉਹਨਾਂ ਨੇ ਤਾਂ ਕੀ ਧਮਕੀਆਂ ਉਹਨਾਂ ਸਾਰਿਆਂ ਲਾਈਆਂ ਜੀ ਕਿ ਅਸੀਂ ਅਗਵਾ ਕਰ ਲਿਆ, ਤੁਸੀਂ ਪੁਲਿਸ ਨੂੰ ਨਾ ਦੱਸੋ, ਡੇਰੇ ਡੰਡਿਆਂ ਤੋਂ ਸਾਨੂੰ ਜਿਹੜਾ ਪ੍ਰੈਸ਼ਰ ਦਵਾ ਰਹੇ ਨੇ ਕਿ ਸੁਲ੍ਹਾ ਕਰੋ, ਕਿ ਅਸੀਂ ਤੁਹਾਨੂੰ ਐਂ ਕਰ ਦੇਵਾਂਗੇ, ਤੁਹਾਨੂੰ ਨਹੀਂ ਕਰ ਦੇਵਾਂਗੇ। ਅਸੀਂ ਗਰੀਬ आदमी, ਸਾਨੂੰ मरियम नवाज के मिन्नत ले करने कि सानू इंसाफ दिता जाए। हम जानते हैं इनके जो है वो देवर हैं और इस जो है भाईजान के वो बड़े भाई हैं, उनसे हम जानते हैं कि किन की मुद्दत में ये मुकदमा दर्ज हुआ। अच्छा भाईजान की मामला बना है, कितने लोग FIR जड़ा ना नामजद है ने की सूरत हाल है? भाई दो लोग नामजद ने, एक मोहम्मद अहमद फुलरवन है, ठीक है, एक मोहम्मद असगर वट्टू है, जो कि उनका दोस्त है, हमराही सी, वो 7 SP ਤੋਂ ਤਲਕ ਰੱਖਦਾ ਉਹਦੇ ਨਾਲ। ठीक ਉਹ है। ਦੋ ਵਿੱਚ ਨਾਮਜ਼ਦ ਜਿਹੜੇ ਨਾਮ ਮੁਲਜ਼ਮ ਨੇ। अच्छा भाईजान ਤੁਸੀਂ ਜਾ ਕੇ ਮਾਮਲਾ ਖੁਦ ਕਵਰ ਕੀਤਾ ਹੈ, ਤਫਸੀਲ ਦੱਸੋ ਕੀ ਮਾਮਲਾ ਹੈ, ਜ਼ਿਆਦਤੀ ਕਿੰਨੀ ਉਹਨਾਂ ਕੀਤੀ ਹੈ, ਕਿੰਨੇ ਲੋਕ ਸੀ, ਕੀ ਜ਼ੁਲਮ ਕੀਤਾ ਹੈ? ਮੈਂ ਕੋਈ ਫਜਰ ਦੇ ਟਾਈਮ ਉੱਠਿਆ, ਠੀਕ ਹੈ ਨਾ, ਮੇਰੇ ਤੋਂ ਪਹਿਲੇ ਮੇਰੀ ਭਾਬੀ ਉੱਠ ਪੈਂਦੇ ਨੇ, ਨਮਾਜ਼ ਮੂਜ਼ ਪੜ੍ਹਦੇ ਨੇ, ਮੈਂ ਥੋੜਾ ਦੇਰ ਨਾਲ ਉੱਠੀਨਾ। ਇਹ ਰੂਟੀਨ ਵਾਈਜ਼ ਅੱਗੇ ਵੀ ਆਪਣੀ ਹਮਸ਼ੀਰਾ ਦੇ ਘਰ ਚਲੇ ਜਾਂਦੇ ਨੇ, ਠੀਕ ਹੈ ਨਾ। ਇਹ ਉਸ ਦਿਨ ਵੀ ਉਠੀ ਜਿਹਨੇ ਆਪਣੀ ਹਮਸ਼ੀਰਾ ਦੇ ਘਰ ਜਾ ਰਹੇ ਸਨ, ਤੇ ਮੈਂ ਉਠੀਜਾ, ਮੈਂ ਵੇਖਿਆ ਕੋਈ ਨਹੀਂ ਸਨ, ਮੈਂ ਕਿਹਾ ਚਲੋ ਪਤਾ ਕਰਨਾ, ਬੱਚੇ ਜਿਹੜੇ ਨਾ ਸ਼ੋਰ ਪਾ ਰਹੇ ਸਨ, ਮੈਂ ਇਹਨਾਂ ਨੂੰ ਵੇਖਾ ਵੂਖਾ ਕੋਈ ਨਹੀਂ ਮਿਲੇ। ਅਸੀਂ ਖੈਰ ਮੈਂ ਨਾ ਪਤਾ ਕਰਾਇਆ, ਉਹਦੇ ਵੀ ਨਹੀਂ ਵੀ ਜਿਹੜਾ ਨਾ ਇਹਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਇਹ ਅਸੀਂ ਲੱਭਦੇ ਲੱਭਦੇ ਸਾਨੂੰ ਕੋਈ 7 ਪੌਣੇ 7 ਜਾਂ 6:30 ਤੋਂ ਰੱਖ ਲਓ, ਇਸ ਦੇ ਦਰਮਿਆਨ ਐਗਜ਼ੈਕਟ ਟਾਈਮ ਦਾ ਨਹੀਂ ਪਤਾ, ਇੰਨੇ ਕੁ ਦਾ ਟਾਈਮ ਸੀ ਤੇ ਅਸੀਂ ਪਹੁੰਚੇ ਮੁਹੰਮਦ ਅਲੀ ਫੁੱਲਰਵਾਨ ਦਾ ਜਿਹੜਾ ਟਿਊਬਵੈਲ ਹੈ ਨਾ ਜੀ, ਉਹਨੇ ਕੋਈ ਨਵੀਂ ਟਰਬੈਨ ਲਾਈ ਹੈ, ਉੱਥੇ 2-4 ਪਈਆਂ ਸਨ, ਉੱਥੇ ਅਸੀਂ ਪਹੁੰਚੇ ਹਾਂ। ਤੇ ਉਹਦਾ ਜਿਹੜਾ ਬੇਟਾ ਸੀ ਨਾ ਮੁਹੰਮਦ ਅਸਗਰ, ਉਹ ਉਹਦਾ ਬੇਟਾ ਮੁਹੰਮਦ ਅਹਿਮਦ ਤੇ ਉਹਦਾ ਦੋਸਤ ਜਿਹੜਾ ਮੁਹੰਮਦ ਅਸਗਰ ਸੀ ਨਾ, ਉਹ ਸਾਨੂੰ ਦੂਰੋਂ ਵੇਖਦੇ ਆਇਆ ਹੀ ਉਹਨਾਂ ਹਥਿਆਰ ਲਹਿਰਾਉਂਦੇ ਹੋਏ, ਠੀਕ ਹੈ ਨਾ, ਡੰਡੇ ਸ਼ੰਡੇ ਲੈ ਤੇ ਸਾਨੂੰ ਵੇਖ ਕੇ ਭੱਜ ਗਏ, ਫਰਾਰ ਹੋ ਗਏ। ਅਸੀਂ ਜਦੋਂ ਵੇਖਿਆ ਤੇ ਇਹ ਨਾਜ਼ੇਬਾ ਹਾਲਤ ਵਿੱਚ ਪਏ ਸਨ, ਠੀਕ ਹੈ ਨਾ। ਇਹਨਾਂ ਨੂੰ ਅਸੀਂ ਫਿਰ ਇਹਨਾਂ ਦੇ ਹੱਥ ਪੈਰ ਵੀ ਬੰਨੇ ਹੋਏ ਸਨ ਪਿੱਛੇ, ਉਹ ਖੋਲੇ ਛੋਲੇ ਇਹਨਾਂ ਨੂੰ ਲਿਆਂਦਾ। ਫਿਰ ਉਸ ਤੋਂ ਬਾਅਦ ਮੈਂ FIR ਕਰਵਾਈ, ਇਹ ਸਾਰੀਆਂ ਚੀਜ਼ਾਂ ਮੈਂ ਨੋਟ ਕਰਵਾਈਆਂ ਜਿਹੜੇ ਸਾਡੇ ਐਸਨ ਅਫਸਰਾਨ, ਤੇ ਉਸ ਤੋਂ ਬਾਅਦ ਇਹਦੇ ਤੇ ਅਸੀਂ ਉਹ ਜੋ ਵੀ ਕਾਨੂੰਨੀ ਕਾਰਵਾਈ ਸੀ, ਮੈਡੀਕਲ ਵਗੈਰਾ ਸਾਰੀਆਂ ਤੁਸੀਂ ਕਰਵਾਈਆਂ, DNA ਪੋਜ਼ਿਟਿਵ ਆਇਆ, ਸਾਰੀਆਂ ਚੀਜ਼ਾਂ ਤੁਹਾਡੇ ਕੋਲ? ਅਸੀਂ ਸਰ ਨਾ ਮੈਡੀਕਲ ਵੀ ਕਰਵਾਏ, ਇਬਤਦਾਈ ਜਿਹੜੇ ਵੀ ਸਨ ਰਿਪੋਰਟਾਂ ਵੀ ਕਰਾਈਆਂ, ਬਾਜ਼ੂ ਉਹਨਾਂ ਕੁੱਟ-ਕੁੱਟ ਤੇ ਚੂਰ ਕਰ ਦਿੱਤਾ। ਉਹ ਅਸੀਂ ਆਪਰੇਸ਼ਨ ਵੀ ਤੂੰ ਖੈਰ ਕਰਵਾਇਆ, ਉਹਨਾਂ ਦੇ ਬਕੌਲ ਹਸਪੀਟਲਾਂ ਦੇ ਹਾਲੇ ਤੱਕ ਸਾਨੂੰ ਕੋਈ ਸ਼ੈ ਨਹੀਂ ਮਿਲੀ। ਉਹ 2-3 ਦਿਨ ਫਰਾਰ ਰਹੇ, ਉਹਨਾਂ ਦੀਆਂ ਬੂਰੀਆਂ ਜ਼ਮਾਨਤਾਂ ਕਰਾ ਲਈਆਂ, ਠੀਕ ਹੈ ਨਾ, ਉਹ ਬੂਰੀਆਂ ਕਰਾ ਦੇ ਫਰਾਰ ਨੇ ਨਾ। ਕੋਈ ਉਲਟਾ ਸਾਨੂੰ ਡਰਾਇਆ, ਇੰਨੇ ਦਿਨਾਂ ਦੇ ਵਿੱਚ ਡਰਾਇਆ ਧਮਕਾਇਆ ਜਾ ਰਿਹਾ ਸਾਨੂੰ, ਡੇਰਾਂ ਡੰਡਿਆਂ ਨੂੰ ਕਿ ਸੁਲ੍ਹਾ ਕਰ ਲਓ, ਇਹਦੇ 'ਚ ਕੁਝ ਨਹੀਂ ਰੱਖਿਆ, ਇਹ ਹੋ ਜਾਏਗਾ, ਤੂੰ ਦਿਲ ਦਾ ਮਰੀਜ਼ ਹੈ, ਤੇਰਾ ਕੋ ਪਤਾ ਲੱਗਦਾ ਤੂੰ ਵੀ ਮਰ ਜਾਏਗਾ, ਇਹ ਹੋ ਜਾਏਗਾ, ਉਹ ਹੋ ਜਾਏਗਾ। ਬੱਚੀ ਨੂੰ ਵੀ ਅਗਵਾ ਕਰਨ ਦੀਆਂ ਨਾ ਬੜੀਆਂ ਧਮਕੀਆਂ ਦਿੱਤੀਆਂ। ਉਹਨਾਂ ਨੇ ਵਕੀਲ ਵੀ ਉੱਥੋਂ ਦੇ ਜਿਹੜਾ ਨਾ ਸਦਰ ਦੇ ਬਾਹਰ ਕਰ ਲਿਆ। ਅਸੀਂ ਕਿਸੇ ਵਕੀਲ ਵਾਲੇ ਜਾਣੇ ਰਜੂ ਕਰਨੇ ਤਾਂ ਪਤਾ ਚੱਲਦਾ ਹੈ ਕਿ ਵਕੀਲ ਵੀ ਜਿਹੜੇ ਨਾ। ਅੱਛਾ ਕੀ ਆਖਰ ਦੇ ਮੈਸੇਜ ਦੇਣਾ ਚਾਹੋਗੇ IG ਪੰਜਾਬ ਨੂੰ, ਮਰੀਮ ਨਵਾਜ਼ ਨੂੰ? ਅਸੀਂ ਜੀ ਮਰੀਮ ਨਵਾਜ਼ ਨੂੰ ਮੈਂ ਤਾਂ ਇਹ ਪੈਗਾਮ ਦੇਣਾ ਚਾਹਾਂਗਾ, ਉਹਨਾਂ ਅੱਗੇ ਪੈਗਾਮ ਕੀ, ਉਹਨਾਂ ਅੱਗੇ ਰਿਕਵੈਸਟ ਹੈ, ਮੇਰੀ ਮਿੰਨਤ ਹੈ, ਤਰਲਾ ਹੈ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ। ਜ਼ਿਆਦਤੀ ਦੇ ਉੱਤੇ ਹੀ ਸਾਡੇ ਨਾਲ ਬਾਰ-ਬਾਰ ਜ਼ਿਆਦਤੀਆਂ ਹੁੰਦੀਆਂ ਪਈਆਂ, ਲਿਹਾਜ਼ਾ ਜਿਹੜੇ ਆਲਾ ਅਫਸਰਾਨ ਨੇ ਨਾ, IG ਪੰਜਾਬ ਸਾਹਿਬ ਨੇ, CCD ਦੇ ਜਿਹੜੇ ਅਫਸਰਾਨ ਨੇ, ਜਾਂ ਮਰੀਮ ਨਵਾਜ਼ ਸਾਹਿਬਾ ਨੇ, PM ਸਾਹਿਬ ਨੇ, ਠੀਕ ਹੈ ਨਾ ਜੀ, ਆਰਮੀ ਚੀਫ ਸਾਹਿਬ ਨੇ, ਸਾਡਾ ਉਹਨਾਂ ਅੱਗੇ ਰਿਕਵੈਸਟ ਹੈ, ਮਿੰਨਤ ਹੈ, ਤਰਲਾ ਹੈ ਕਿ ਸਾਡੀ ਇਸ ਮਾਮਲੇ ਨੂੰ ਖੁਦ ਵੇਖਣ, ਨੋਟਿਸ ਲਵਣ, ਠੀਕ ਹੈ ਨਾ, ਤਾਂ ਸਾਨੂੰ ਇਨਸਾਫ ਦੇਵਣ। ਉਲਟਾ ਸਾਨੂੰ ਜਿਹੜਾ ਨਾ ਅਸੀਂ ਆਪ ਹੀ ਇਨਸਾਫ ਦੇ ਤਕਾਜ਼ਿਆਂ ਤੋਂ ਮਹਿਰੂਮ ਹੈ, ਤੇ ਫਿਰ ਇਹ ਸਾਨੂੰ ਜਿਹੜਾ ਨਾ ਉਹ ਇੱਥੇ ਰਵਣ ਦਾ ਸਾਨੂੰ, ਅਸੀਂ ਇੱਥੇ ਵੀ ਰਹਿ ਕੇ ਵੀ ਅਸੀਂ ਡਰ ਖੌਫ ਵਿੱਚ ਹੈ, ਅਸੀਂ ਕਿਹੜੇ ਕੱਛੇ जाइए, ਅਸੀਂ ਤਾਂ मिन्नत कर। नाजरीन ये वो खातून थी, 4 बच्चों की माँ, जिसके साथ इतना जुल्म किया जाता है कि आप वो सुन के आपके होश तंग रह जाएं। देखें कि इंसानियत कितनी मर गई है। एक 4 बच्चों की वो माँ जिसके साथ ज्यादती की गई, इस गांव के अंदर उसके घर से उठाया जाता है और ज्यादती का निशाना बनाया जाता है, और आज भी वो मुलजिम जो है वो धड़ल्ले के साथ फिर रहे हैं। तो हमारी भी यही अपील है कि CCD और पंजाब पुलिस को इस मामले को संजीदगी से लेना चाहिए और देखकर इस मामले को इन लोगों को जो है इंसाफ दिया जाना चाहिए। मुझे इजाज़त दीजिएगा, अल्लाह निगहबान।